ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦੀ ਪੁਸਤਕ ਹਸਪਤਾਲ ਚੋਂ ਜਿਉਂਦੇ ਕਿਵੇਂ ਮੁੜੀਏ ਦਾ ਅਗਲਾ ਭਾਗ। ਡਾਕਟਰ ਸਭ ਤੋਂ ਵੱਡੀ ਗਲਤੀ ਇਹ ਕਰਦੇ ਹਨ ਕਿ ਦਿਮਾਗ ਨੂੰ ਠੀਕ ਕੀਤੇ ਬਿਨਾਂ ਹੀ ਕੇਵਲ ਸਰੀਰ ਨੂੰ ਠੀਕ ਕਰਨ 'ਚ ਜੁਟ ਜਾਂਦੇ ਹਨ, ਜਦ ਕਿ ਦਿਮਾਗ ਤੇ ਸਰੀਰ ਇੱਕ ਹੀ ਹਨ ਤੇ ਉਹਨਾਂ ਨੂੰ ਵੱਖ ਨਹੀਂ ਮੰਨਣਾ ਚਾਹੀਦਾ। ਪਲੈਟੋ। ਅਗਲਾ ਅੰਗ ਹੈ ਉਪਾਅ ਵੱਲ। ਪਿਛਲੇ ਅਧਿਐਨ 'ਚ ਪੜ੍ਹੀ ਜਾਣਕਾਰੀ ਦੇ ਆਧਾਰ ਤੇ ਹੁਣ ਤਾਂ ਤੁਸੀਂ ਜਾਣ ਹੀ ਗਏ ਹੋਗੇ ਕਿ ਹਸਪਤਾਲ 'ਚੋਂ ਜਿਉਂਦਾ ਵਾਪਸ ਮੁੜਨਾ ਕੋਈ ਬੱਚਿਆਂ ਦੀ ਖੇਡ ਨਹੀਂ ਹੈ। ਜੇ ਤੁਹਾਡੀ ਕਿਸਮਤ ਚੰਗੀ ਹੋਈ ਵੀ ਤਾਂ ਤੁਸੀਂ ਦੂਜੀ ਬਿਮਾਰੀ ਦਾ ਤੋਹਫਾ ਨਾਲ ਲੈ ਕੇ ਆਓਗੇ। ਵੈਸੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅਸੀਂ ਤੁਹਾਨੂੰ ਅਜਿਹੇ ਉਪਾਅ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਹਾਨੂੰ ਕਦੇ ਹਸਪਤਾਲ ਜਾਣ ਦੀ ਨੌਬਤ ਹੀ ਨਹੀਂ ਆਏਗੀ। ਹੁਣ ਤੁਸੀਂ ਜਾਣੋਗੇ ਕਿ ਜੇ ਕੋਈ ਕੈਂਸਰ, ਡਾਇਬਟੀਜ਼ ਜਾਂ ਮੋਟਾਪੇ ਵਰਗੀਆਂ ਜਾਨਲੇਵਾ ਬਿਮਾਰੀ ਨਾਲ ਗ੍ਰਸਤ ਹੈ ਤਾਂ ਬਿਨਾਂ ਕਿਸੇ ਦਵਾਈ ਤੇ ਸਿਰਫ ਕੁਦਰਤ ਦੀ ਤਾਕਤ ਨਾਲ ਖੁਦ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ। ਜ਼ਰਾ ਸੋਚੋ, ਜੀਵਨ ਕੀ ਹੈ? ਇਹ ਜੀਵਨ ਮਨ, ਸਰੀਰ ਤੇ ਵਾਤਾਵਰਨ ਦਾ ਢੁਕਵਾਂ ਸੰਤੁਲਨ ਹੀ ਤਾਂ ਹੈ। ਤੇ ਇਹਨਾਂ ਤਿੰਨਾਂ ਚੋਂ ਇੱਕ ਵੀ ਆਊਟ ਆਫ ਬੈਲੈਂਸ ਭਾਵ ਸੰਤੁਲਨ ਤੋਂ ਬਾਹਰ ਹੁੰਦਾ ਹੈ ਤਾਂ ਬਾਕੀ ਦੋਵੇਂ ਵੀ ਆਊਟ ਆਫ ਬੈਲੈਂਸ ਹੋ ਜਾਂਦੇ ਹਨ। ਯਾਦ ਰੱਖੋ, ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਸਾਡਾ ਮਨ, ਸਰੀਰ ਤੇ ਆਲੇ ਦੁਆਲੇ ਦੇ ਵਾਤਾਵਰਨ ਦੇ ਨਾਲ ਇੰਟਰੈਕਸ਼ਨ ਭਾਵ ਤਾਲਮੇਲ ਸਭ ਬਿਮਾਰ ਤੇ ਅਲੱਗ ਥਲੱਗ ਪੈ ਜਾਂਦੇ ਹਨ, ਜਦਕਿ ਇੱਕ ਆਧੁਨਿਕ ਡਾਕਟਰ ਕੇਵਲ ਸਾਡੇ ਸਰੀਰ ਦੀ ਹੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਮਨ, ਸਰੀਰ ਤੇ ਵਾਤਾਵਰਨ ਨਾਲ ਸਾਡੇ ਤਾਲਮੇਲ ਨੂੰ ਸਮਝ ਕੇ ਉਹਨਾਂ ਤਿੰਨਾਂ ਦੇ ਇਲਾਜ ਬਾਰੇ ਤਾਂ ਵਿਚਾਰ ਤੱਕ ਨਹੀਂ ਕਰਦਾ, ਜਦ ਕਿ ਬਰੂਸ ਲੈਪਕਿਨ ਨੇ ਇਹਨਾਂ ਤਿੰਨਾਂ ਦੇ ਸੰਬੰਧਾਂ ਨੂੰ ਬੜੀ ਖੂਬਸੂਰਤੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੋਲੀਕਿਊਲਰ ਬਾਇਓਲੋਜੀਕਲ ਬਰੂਸ ਲੈਪਕਿਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹਰੇਕ ਵਿਅਕਤੀ ਦੇ ਦਿਮਾਗ ਦੀ ਇੱਕ ਯਾਦ ਸ਼ਕਤੀ ਹੁੰਦੀ ਹੈ ਜਿਸ ਵਿੱਚ ਉਹ ਆਪਣੇ ਅਨੁਭਵਾਂ ਨੂੰ ਸੰਜੋਦਾ ਹੈ, ਠੀਕ ਉਸੇ ਤਰ੍ਹਾਂ ਹਰੇਕ ਵਿਅਕਤੀ ਦੇ ਸਰੀਰ ਦੇ ਹਰੇਕ ਸੈੱਲ ਵਿੱਚ ਆਪਣੀ ਆਪਣੀ ਯਾਦ ਸ਼ਕਤੀ ਹੁੰਦੀ ਹੈ ਤੇ ਸੈੱਲ ਆਪਣੀ ਅੰਦਰੂਨੀ ਯਾਦ ਸ਼ਕਤੀ ਦੀ ਸੂਚਨਾ ਦੇ ਅਨੁਸਾਰ ਹੀ ਕੰਮ ਕਰਦਾ ਹੈ। ਪਰ ਜ਼ਰੂਰੀ ਗੱਲ ਇਹ ਹੈ ਕਿ ਇਹ ਸੈੱਲ ਬਾਹਰੀ ਦੁਨੀਆ ਦੇ ਅਨੁਭਵ ਲਈ ਦਿਮਾਗ 'ਚ ਇਕੱਤਰਿਤ ਕੀਤੀ ਸੂਚਨਾ ਉੱਤੇ ਨਿਰਭਰ ਕਰਦਾ ਹੈ, ਕਿਉਂਕਿ ਸਰੀਰ ਦੇ ਸੈੱਲ ਬਾਹਰੀ ਵਾਤਾਵਰਨ ਦੇ ਪ੍ਰਤੱਖ ਸੰਪਰਕ 'ਚ ਨਹੀਂ ਹੁੰਦੇ। ਤੁਸੀਂ ਜੋ ਵੀ ਦੇਖਦੇ ਹੋ ਜਾਂ ਅਸਲ 'ਚ ਅਨੁਭਵ ਕਰਦੇ ਹੋ, ਆਪਣੀ ਕਲਪਨਾ ਵਿੱਚ ਉਸ ਉੱਤੇ ਹੀ ਵਿਸ਼ਵਾਸ ਕਰਦੇ ਹੋ ਤੇ ਉਹ ਤੁਹਾਡੇ ਦਿਮਾਗ 'ਚ ਇਕੱਤਰਿਤ ਹੋ ਜਾਂਦਾ ਹੈ। ਅੰਤ ਨੂੰ ਸਰੀਰ ਦਿਮਾਗ ਦੀ ਉਸ ਇਕੱਤਰਿਤ ਸੂਚਨਾ ਨੂੰ ਗ੍ਰਹਿਣ ਕਰਦਾ ਹੈ। ਉਸੇ ਦੇ ਅਨੁਸਾਰ ਸੈੱਲ ਕੰਮ ਕਰਦੇ ਹਨ। ਇਹਨਾਂ ਤੱਥਾਂ ਦਾ ਅਰਥ ਇਹ ਹੋਇਆ ਕਿ ਸੈੱਲਾਂ ਦੀ ਮੈਮਰੀ ਬਦਲਣ ਨਾਲ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਬਦਲ ਸਕਦਾ ਹੈ। ਸੈੱਲ ਦੇ ਕੰਮ ਕਰਨ ਦੇ ਇਸ ਤਰੀਕੇ ਨਾਲ ਤੁਸੀਂ ਅਨੁਮਾਨ ਲਗਾ ਰਹੇ ਹੋਗੇ ਕਿ ਤੁਹਾਡੇ ਸਰੀਰ 'ਚ ਕਿਸੇ ਪ੍ਰਕਾਰ ਦੀ ਬੇਨਿਯਮੀ ਜਾਂ ਰੋਗ ਨੂੰ ਠੀਕ ਕਰਨ ਲਈ ਸਕਾਰਾਤਮਕ ਕਲਪਨਾ ਇੱਕ ਜ਼ਰੂਰੀ ਭੂਮਿਕਾ ਨਿਭਾ ਸਕਦੀ ਹੈ। ਹੁਣ ਤੁਸੀਂ ਸਮਝ ਗਏ ਨਾ ਕਿ ਕਿਸੇ ਲੰਮੇ ਸਮੇਂ ਤੱਕ ਰਹਿਣ ਵਾਲੇ ਰੋਗ ਨੂੰ ਜੜੋਂ ਪੁੱਟਣ ਲਈ ਪਹਿਲਾਂ ਤਾਂ ਤੁਹਾਨੂੰ ਇਹ ਮੰਨਣਾ ਪਏਗਾ ਕਿ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋ ਤੇ ਤਦੇ ਤੁਹਾਡੇ ਇਹ ਸੋਚ ਸਰੀਰ ਦੇ ਹਰੇਕ ਸੈੱਲ ਦੀ ਮੈਮਰੀ 'ਚ ਰਿਕਾਰਡ ਹੋਏਗੀ। ਸੈੱਲਾਂ 'ਚ ਹਰ ਪਲ ਹਜ਼ਾਰਾਂ ਰਸਾਇਣਿਕ ਪ੍ਰਤੀਕਿਰਿਆਵਾਂ ਵਾਪਰਦੀਆਂ ਰਹਿੰਦੀਆਂ ਹਨ। ਉਹਨਾਂ ਵਿੱਚੋਂ ਕਈ ਸੈੱਲਾਂ ਦੀ ਮੈਮਰੀ ਨਾਲ ਕੰਟਰੋਲ ਕੀਤੀਆਂ ਜਾਂਦੀਆਂ ਹਨ। ਉੱਥੇ ਦੂਜੇ ਸੈੱਲਾਂ ਦੀ ਮੈਮਰੀ ਤੁਹਾਡੀ ਬੁਨਿਆਦੀ ਸੋਚ ਉੱਤੇ ਨਿਰਭਰ ਕਰਦੀ ਹੈ। ਇਸ ਸੋਚ ਨੂੰ ਤੁਹਾਡੇ ਆਲੇ ਦੁਆਲੇ ਦਾ ਵਾਤਾਵਰਨ ਕੰਟਰੋਲ ਕਰਦਾ ਹੈ। ਜ਼ਰਾ ਸੋਚੋ, ਇੱਕ ਬਲੱਡ ਪ੍ਰੈਸ਼ਰ ਦਾ ਮਰੀਜ਼ ਜਦੋਂ ਦਿਨ 'ਚ ਕਈ ਵਾਰ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦਾ ਤਾਂ ਅਸਲ 'ਚ ਆਪਣੇ ਸੈੱਲਾਂ ਦੀ ਮੈਮਰੀ 'ਚ ਪੱਕਾ ਕਰਦਾ ਹੈ ਕਿ ਉਹਦੇ ਸਰੀਰ 'ਚ ਖੂਨ ਦਾ ਪ੍ਰਵਾਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਨਤੀਜੇ ਵਜੋਂ ਜੀਵਨ ਭਰ ਬਲੱਡ ਪ੍ਰੈਸ਼ਰ ਦਾ ਮਰੀਜ਼ ਹੀ ਰਹਿੰਦਾ ਹੈ। ਇਸ ਤਰ੍ਹਾਂ ਆਪਣੇ ਮੌਲਿਕ ਵਿਚਾਰਾਂ ਦੇ ਆਧਾਰ ਤੇ ਉਹ ਹਰ ਪਲ ਚੰਗੀ ਜਾਂ ਬੁਰੀ ਸਿਹਤ ਦਾ ਕਾਰਨ ਬਣਦਾ ਹੈ। ਸਰੀਰ 'ਚ 50 ਟ੍ਰਿਲੀਅਨ ਤੋਂ ਵੀ ਵੱਧ ਸੈੱਲਾਂ ਦੀ ਯਾਦਦਾਸ਼ਤ ਭਰੀ ਹੁੰਦੀ ਹੈ, ਜਿਸ 'ਚ ਸੈਂਕੜੇ ਬਾਇਓਕੈਮੀਕਲ ਪ੍ਰਕਿਰਿਆਵਾਂ ਕੰਟਰੋਲ ਹੁੰਦੀਆਂ ਹਨ। ਸਰੀਰ ਦੀ ਪੇਚੀਦਗੀ ਦਾ ਅਨੁਮਾਨ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਉਹਨਾਂ 50 ਟ੍ਰਿਲੀਅਨ ਸੈੱਲਾਂ ਵਿੱਚੋਂ ਤੁਹਾਡੇ ਸਰੀਰ 'ਚ 90% ਮਾਈਕਰੋਬਸ ਤੇ 10% ਸਰੀਰ ਦੇ ਆਪਣੇ ਸੈੱਲ ਹੁੰਦੇ ਹਨ। ਮਾਈਕਰੋਬਸ ਆਪਣੇ ਆਪ 'ਚ ਪੂਰਨ ਜੀਵ ਹੁੰਦੇ ਹਨ ਤੇ ਤੁਹਾਡੇ ਸਰੀਰ 'ਚ ਉਵੇਂ ਹੀ ਰਹਿੰਦੇ ਹਨ ਜਿਵੇਂ ਕਿ ਤੁਸੀਂ ਇਸ ਧਰਤੀ ਉੱਤੇ। ਜੇ ਤੁਸੀਂ ਇਲੈਕਟ੍ਰੋਨ ਮਾਈਕਰੋਸਕੋਪ ਨਾਲ ਆਪਣੇ ਸਰੀਰ ਦੇ ਅੰਦਰ ਝਾਕੋ ਤਾਂ ਮਾਈਕਰੋਬਸ ਤੁਹਾਨੂੰ ਤੈਰਦੇ ਹੋਏ ਦਿਖਾਈ ਦੇਣਗੇ। 3.5 ਬਿਲੀਅਨ ਸਾਲਾਂ ਤੋਂ ਮਾਈਕਰੋਬਸ ਨੇ ਜੀਵਨ ਵਿਕਾਸ ਦੇ ਸਿਧਾਂਤ ਤੇ ਆਪਣੀ ਮਾਲਕੀ ਬਣਾਈ ਹੋਈ ਹੈ।
ਧਰਤੀ ਉੱਤੇ ਪਾਏ ਜਾਣ ਵਾਲੇ ਮਾਈਕਰੋਬਸ ਹਰ ਜਗ੍ਹਾ ਪਾਏ ਜਾਂਦੇ ਹਨ। ਇਹ ਮਾਈਕਰੋਬਸ ਖੁੱਲ੍ਹੇ ਸਮੁੰਦਰ ਦੀ ਬਰਬਾਦੀ ਤੋਂ ਲੈ ਕੇ ਇੱਕ ਸਿਉਂਕ ਦੀ ਪਾਚਨ ਤਕਨੀਕ ਤੱਕ ਇਕੋਸਿਸਟਮ ਦੇ ਹਰ ਕੋਨੇ 'ਚ ਪਾਏ ਜਾਂਦੇ ਹਨ। ਇਹਦੇ ਬਾਵਜੂਦ ਹੁਣ ਤੱਕ ਵਿਗਿਆਨ ਇਹਨਾਂ ਦਾ ਕੇਵਲ 1% ਹੀ ਜਾਣ ਸਕਿਆ। ਮਾਈਕਰੋਬਸ ਦੇ ਬਿਨਾਂ ਜ਼ਿੰਦਗੀ ਖਤਮ ਹੋ ਜਾਏਗੀ, ਜਾਂ ਇੰਜ ਕਹੀਏ ਕਿ ਉਹਨਾਂ ਦੇ ਬਿਨਾਂ ਜ਼ਿੰਦਗੀ ਸ਼ੁਰੂ ਹੀ ਨਹੀਂ ਹੋ ਸਕਦੀ। ਲਗਾਤਾਰ ਨਕਾਰਾਤਮਕ ਵਿਚਾਰ, ਫਾਸਟ ਫੂਡ ਤੇ ਦਵਾਈਆਂ ਦੇ ਸੇਵਨ ਨਾਲ ਅਕਸਰ ਸੈਲੂਲਰ ਲੈਵਲ ਤੇ ਨੁਕਸਾਨ ਹੁੰਦਾ ਹੈ, ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਜਨਮ ਹੁੰਦਾ ਹੈ। ਸੈੱਲਾਂ ਦੇ ਅੰਦਰਲੀਆਂ ਨੁਕਸਦਾਰ ਰਸਾਇਣਿਕ ਪ੍ਰਤੀਕਿਰਿਆਵਾਂ ਨੂੰ ਦਵਾਈਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਠੀਕ ਉਹੋ ਜਿਹੀ ਹੋਏਗੀ ਜਿਵੇਂ ਕਿ ਤੁਹਾਡੇ ਘਰ 'ਚ ਮੱਛਰ ਹੋਣ ਤੇ ਤੁਸੀਂ ਉਹਨਾਂ ਨੂੰ ਮਾਰਨ ਲਈ ਮਿਸਾਈਲ ਜਾਂ ਰਾਕਟ ਲਾਂਚਰ ਦੀ ਵਰਤੋਂ ਕਰੋ। ਕੀ ਆਧੁਨਿਕ ਦਵਾਈਆਂ ਹਾਨੀਕਾਰਕ ਕੈਂਸਰ ਵਾਲੇ ਸੈੱਲਾਂ ਨੂੰ ਮਾਰ ਸਕਦੀਆਂ ਹਨ? ਇਹ ਸਵਾਲ ਪੁੱਛਣਾ ਕੁਝ ਅਜਿਹਾ ਹੀ ਹੋਏਗਾ ਕਿ ਕੀ ਮਿਸਾਈਲ ਮੱਛਰਾਂ ਨੂੰ ਮਾਰ ਸਕਦੀ ਹੈ? ਹਾਂ, ਬੇਸ਼ੱਕ ਮਾਰ ਸਕਦੀ ਹੈ, ਪਰ ਇਹਦੇ ਨਾਲ ਹੀ ਤੁਹਾਡੇ ਘਰ ਨੂੰ ਵੀ ਨੁਕਸਾਨ ਪਹੁੰਚਾਏਗੀ। ਵਿਗਿਆਨ ਅੱਜ ਵੀ ਇਹ ਮੰਨਦਾ ਹੈ ਕਿ ਅਜੇ ਵੀ ਮਨੁੱਖੀ ਸਰੀਰ ਦੇ ਬਾਰੇ 1% ਤੋਂ ਵੀ ਘੱਟ ਜਾਣਕਾਰੀ ਹੀ ਹਾਸਲ ਕਰ ਸਕਿਆ ਹੈ। ਅਜਿਹੇ 'ਚ ਮਨੁੱਖੀ ਸਰੀਰ ਦੇ ਸੈਲੂਲਰ ਡਿਸਆਰਡਰ ਨੂੰ ਸਹੀ ਕਰਨ ਦਾ ਕੰਮ ਜੇਕਰ ਅਸੀਂ ਕੁਦਰਤ 'ਤੇ ਹੀ ਛੱਡ ਦਈਏ ਤਾਂ ਬਿਹਤਰ ਹੋਏਗਾ। ਕੁਦਰਤ ਨੇ ਸਾਨੂੰ ਬਣਾਇਆ, ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਉਸੇ ਨੇ ਬਣਾਈ ਹੈ। ਸਾਡੇ ਅੰਦਰ ਜਾਂ ਆਲੇ ਦੁਆਲੇ ਹੋਣ ਵਾਲੀ ਕਿਸੇ ਵੀ ਬੇਨੀਮੀ ਦਾ ਇਲਾਜ ਵੀ ਇਸੇ ਦੇ ਕੋਲ ਹੈ। ਸਾਨੂੰ ਆਪਣੇ ਇਲਾਜ ਦੇ ਲਈ ਇਸੇ ਉੱਤੇ ਨਿਰਭਰ ਰਹਿਣਾ ਚਾਹੀਦਾ ਹੈ। ਕੁਦਰਤ ਦਾ ਸਾਥ ਹੀ ਇਹਨਾਂ ਬਿਮਾਰੀਆਂ ਤੋਂ ਮਨੁੱਖ ਜਾਤੀ ਨੂੰ ਬਚਾ ਸਕਦਾ ਹੈ। ਚੀਨੀ ਖੋਜ ਦੀ ਇਸ ਹੈਰਾਨੀਜਨਕ ਰਿਪੋਰਟ ਉੱਤੇ ਧਿਆਨ ਦਿਓ। ਇਹ ਕਹਾਣੀ ਹੈ ਦੋ ਸੱਭਿਅਤਾਵਾਂ ਦੀ। ਇੱਕ ਦਾ ਨਾਂ ਹੈ ਹੁੰਜਾ, ਜੋ ਕਿ ਕਸ਼ਮੀਰ ਦੇ ਕੋਲ ਰਹਿੰਦੇ ਹੈ, ਤੇ ਦੂਜੀ ਸੱਭਿਅਤਾ ਹੈ PIMA ਇੰਡੀਅਨਸ, ਜੋ ਕਿ ਐਰੀਜ਼ੋਨਾ 'ਚ ਜਾ ਕੇ ਵਸ ਗਏ ਹੈ। ਦੋਵੇਂ ਦੁਨੀਆ ਦੀਆਂ ਸਭ ਤੋਂ ਸਿਹਤਮੰਦ ਸੱਭਿਅਤਾਵਾਂ ਮੰਨੀਆਂ ਜਾਂਦੀਆਂ ਸਨ। ਦੋਹਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਦੀਆਂ ਆਦਤਾਂ ਵੀ ਇੱਕੋ ਜਿਹੀਆਂ ਹੀ ਸਨ। ਦੋਵੇਂ ਸੱਭਿਅਤਾਵਾਂ ਵਿੱਚ ਇਹ ਦੇਖਿਆ ਗਿਆ ਕਿ ਉਹਨਾਂ ਦੇ ਕੁੱਲ ਆਹਾਰ ਦਾ 90% ਹਿੱਸਾ ਬਨਸਪਤੀ ਆਧਾਰਿਤ ਕੱਚਾ ਆਹਾਰ ਹੀ ਸੀ, ਭਾਵ ਉਹ ਪੌਦਿਆਂ ਤੋਂ ਪ੍ਰਾਪਤ ਆਹਾਰ ਤੇ ਹੀ ਨਿਰਭਰ ਸਨ। ਉਹਨਾਂ ਦਾ ਜ਼ਿਆਦਾ ਆਹਾਰ ਫਲ, ਕੱਚੇ ਖਾਦ ਪਦਾਰਥ ਜਾਂ ਹਲਕੀ ਉਬਲੀ ਸਬਜ਼ੀ ਹੀ ਹੁੰਦੀ ਸੀ। ਲੂਣ ਨਾ ਦੇ ਬਰਾਬਰ ਤੇ ਚੀਨੀ ਬਿਲਕੁਲ ਘੱਟ। ਇਹਨਾਂ ਦੋਵੇਂ ਸੱਭਿਅਤਾਵਾਂ ਦੇ ਲੋਕ ਆਮ ਤੌਰ ਤੇ 100 ਸਾਲ ਤੋਂ ਵੱਧ ਜਿਉਂਦੇ ਸਨ। ਉਹਨਾਂ ਨੂੰ ਕਦੇ ਕੈਂਸਰ, ਡਾਇਬਟੀਜ਼, ਹਾਰਟ ਡਿਜ਼ੀਜ਼ ਵਰਗੀਆਂ ਜੀਵਨ ਸ਼ੈਲੀ ਸੰਬੰਧੀ ਬਿਮਾਰੀਆਂ ਨਹੀਂ ਹੁੰਦੀਆਂ ਸਨ। ਅੱਜ ਵੀ ਹੁੰਜਾ ਇੰਡੀਅਨ ਲਗਭਗ 100 ਸਾਲ ਤੋਂ ਵੱਧ ਜਿਉਂਦੇ ਹਨ। ਉੱਥੇ ਕੋਈ ਬਿਮਾਰੀ ਨਹੀਂ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਅੱਜ ਵੀ ਉੱਥੇ ਨਾ ਕੋਈ ਕੈਮਿਸਟ ਹੈ ਤੇ ਨਾ ਹੀ ਕੋਈ ਹਸਪਤਾਲ। ਜਦੋਂ ਕਿ PIMA ਇੰਡੀਅਨਸ ਨੂੰ ਅੱਜ ਦੁਨੀਆ ਦੀ ਸਭ ਤੋਂ ਬਿਮਾਰ ਸੱਭਿਅਤਾ ਦਾ ਖਿਤਾਬ ਮਿਲ ਚੁੱਕਿਆ ਹੈ। ਕਾਰਨ ਇਹ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਐਰੀਜ਼ੋਨਾ ਵਿੱਚ ਵਸੇ PIMA ਇੰਡੀਅਨਸ ਨਾਲ ਉਹਨਾਂ ਦੀ ਜ਼ਮੀਨ ਅਮਰੀਕੀ ਸਰਕਾਰ ਨੇ ਇਹ ਕਹਿ ਕੇ ਖੋਹ ਲਈ ਸੀ ਕਿ ਬਦਲੇ 'ਚ ਉਹਨਾਂ ਨੂੰ ਜੀਵਨ ਭਰ ਮੁਫਤ ਭੋਜਨ ਮਿਲੇਗਾ। ਉਸ ਤੋਂ ਬਾਅਦ ਸਰਕਾਰ ਨੇ ਭੋਜਨ ਦੇ ਨਾਂ ਤੇ ਪੈਕਡ ਜੰਕ ਫੂਡ ਦੀ ਸਪਲਾਈ ਸ਼ੁਰੂ ਕਰਤੀ। ਨਤੀਜੇ ਵਜੋਂ ਲਗਭਗ 20 ਸਾਲਾਂ ਵਿੱਚ ਹੀ PIMA ਇੰਡੀਅਨਸ ਦਾ ਹਰੇਕ ਵਿਅਕਤੀ ਭਿਅੰਕਰ ਰੂਪ 'ਚ ਬਿਮਾਰ ਹੋਣ ਲੱਗਿਆ। ਸਾਰੇ PIMA ਇੰਡੀਅਨਸ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਮਾਈਗ੍ਰੇਨ, ਅਰਥਰਾਈਟਿਸ, ਕੋਲੈਸਟਰੋਲ, ਕੈਂਸਰ ਜਾਂ ਮੋਟਾਪੇ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਏ। ਚੀਨੀ ਖੋਜ ਦੇ ਅਨੁਸਾਰ ਅਜਿਹੇ ਵਿੱਚ ਕੁਝ ਬਿਮਾਰ ਲੋਕਾਂ ਦੇ ਆਹਾਰ ਨੂੰ ਫਿਰ ਤੋਂ 90% ਤੋਂ ਜ਼ਿਆਦਾ ਫਲ, ਸਬਜ਼ੀਆਂ ਤੇ ਉਬਲੇ ਪਦਾਰਥਾਂ ਨਾਲ ਜੋੜ ਦਿੱਤਾ ਗਿਆ। ਨਾਲ ਹੀ ਲੂਣ, ਚੀਨੀ, ਮੈਦਾ, ਮਿਲਕ ਪਾਊਡਰ ਤੇ ਰਿਫਾਈਨਡ ਆਇਲ ਵੀ ਪੂਰੀ ਤਰ੍ਹਾਂ ਨਾਲ ਮਨ੍ਹਾ ਕਰ ਦਿੱਤੇ ਗਏ। ਫਿਰ ਪਾਇਆ ਗਿਆ ਸਿਰਫ 1.5 ਤੋਂ 2 ਸਾਲਾਂ 'ਚ ਹੀ ਸਾਰੇ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ। ਨਿਚੋੜ ਇਹ ਹੈ, ਤੁਸੀਂ ਕਿੰਨੀ ਵੀ ਗੰਭੀਰ ਬਿਮਾਰੀ ਨਾਲ ਪੀੜਤ ਕਿਉਂ ਨਾ ਹੋ, ਤੁਹਾਨੂੰ ਬਸ ਆਪਣੀ ਖੁਰਾਕ ਦਾ ਲਗਭਗ 90% ਕੱਚੇ ਫਲਾਂ ਤੇ ਸਬਜ਼ੀਆਂ ਤੋਂ ਲੈਣਾ ਹੋਏਗਾ। ਜੇਕਰ ਤੁਸੀਂ ਕਿਸੇ ਲੰਮੀ ਬਿਮਾਰੀ ਤੋਂ ਪੀੜਤ ਨਹੀਂ ਹੋ ਤੇ ਜੀਵਨ ਭਰ ਤੰਦਰੁਸਤ ਰਹਿਣਾ ਚਾਹੁੰਦੇ ਹੋ, ਤੁਹਾਨੂੰ ਘੱਟ ਤੋਂ ਘੱਟ ਆਪਣੇ ਦਿਨ ਭਰ ਦੀ ਕੁੱਲ ਖੁਰਾਕ ਦਾ 60% ਫਲ ਤੇ ਸਬਜ਼ੀਆਂ ਦੇ ਰੂਪ 'ਚ ਲੈਣਾ ਹੋਏਗਾ। ਇੱਕ ਚੀਨੀ ਖੋਜ ਦੇ ਮੁਤਾਬਕ ਸਰੀਰ ਨੂੰ ਕੁਦਰਤੀ ਰੂਪ 'ਚ ਪੌਦਿਆਂ ਰਾਹੀਂ ਕਲੋਰੋਫਿਲ ਤੇ ਨਿਊਟ੍ਰੀਐਂਟਸ ਦੀ ਭਰਪੂਰ ਮਾਤਰਾ ਦਿੱਤੀ ਜਾਏ ਤੇ ਬਿਮਾਰੀਆਂ ਦੇ ਜੜ ਤੋਂ ਦੂਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸਧਾਰਨ ਭਾਸ਼ਾ 'ਚ ਕਹਿ ਸਕਦੇ ਹਾਂ, ਜੇ ਤੁਸੀਂ ਕਿਸੇ ਬਿਮਾਰੀ ਨਾਲ ਗ੍ਰਸਤ ਹੋ, 1 ਤੋਂ 1.5 ਸਾਲ ਤੱਕ
ਜੇ ਤੁਸੀਂ 90% ਪੌਦਿਆਂ ਤੇ ਆਧਾਰਿਤ ਆਹਾਰ ਗ੍ਰਹਿਣ ਕਰਦੇ ਹੋ ਤਾਂ ਤੁਸੀਂ ਆਪਣੀ ਖੋਈ ਹੋਈ ਸਿਹਤ ਵਾਪਸ ਪਾ ਸਕਦੇ ਹੋ। ਖੁਸ਼ਕਿਸਮਤੀ ਨਾਲ ਹੁੰਜਾ ਤੋਂ ਇਲਾਵਾ ਦੁਨੀਆ ਦੀਆਂ 6 ਹੋਰ ਸੱਭਿਅਤਾਵਾਂ ਅਜਿਹੀਆਂ ਹਨ ਜਿੱਥੇ ਅੱਜ ਵੀ ਬਿਮਾਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ ਅਕਸਰ ਉੱਥੋਂ ਦੇ ਲੋਕ 100 ਤੋਂ ਵੱਧ ਸਾਲਾਂ ਤੱਕ ਜਿਉਂਦੇ ਹਨ। ਇਹਨਾਂ ਸਾਰੀਆਂ 7 ਸੱਭਿਅਤਾਵਾਂ ਵਿੱਚ ਕੁਝ ਸਮਾਨਤਾਵਾਂ ਹਨ। ਇਹਨਾਂ ਸੱਭਿਅਤਾਵਾਂ 'ਚ ਪਹਿਲਾ, ਕੱਚੇ ਜਾਂ ਉਬਲੇ ਭੋਜਨ ਦੀ ਖਪਤ 90 ਤੋਂ 95% ਹੈ। ਦੂਜਾ, ਚੀਨੀ ਦੀ ਖਪਤ ਨਾ ਦੇ ਬਰਾਬਰ ਹੈ। ਤੀਜਾ, ਲੂਣ ਦੀ ਖਪਤ ਨਾ ਦੇ ਬਰਾਬਰ ਹੈ। ਚੌਥਾ, ਜੀਵ ਆਧਾਰਿਤ ਆਹਾਰ ਦੀ ਖਪਤ 1 ਤੋਂ 5% ਹੈ। ਦੁੱਧ ਦੀ ਖਪਤ ਬਹੁਤ ਘੱਟ ਹੈ ਤੇ ਪ੍ਰੋਸੈਸਡ ਫੂਡ ਦੀ ਖਪਤ ਬਿਲਕੁਲ ਨਹੀਂ ਹੈ। ਮਤਲਬ ਸਪਸ਼ਟ ਹੈ, ਜਿਨ੍ਹਾਂ ਸੱਭਿਅਤਾਵਾਂ ਨੇ ਇੱਕ ਵਾਰ ਦੁਬਾਰਾ ਕੁਦਰਤ ਵੱਲ ਮੁੜਨ ਦੀ ਸਮਝਦਾਰੀ ਦਿਖਾਈ ਜਾਂ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਵਰਤਣ ਲੱਗੀਆਂ, ਉਹ ਖੁਦ ਬਖੁਦ ਤੰਦਰੁਸਤ ਹੋ ਗਈਆਂ। ਉਹਨਾਂ ਨੂੰ ਨਾ ਤਾਂ ਕਦੇ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਿਆ ਤੇ ਨਾ ਹੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਦੀ ਜ਼ਰੂਰਤ ਮਹਿਸੂਸ ਹੋਈ। ਜਰਨਲ ਆਫ ਦ ਮੈਡੀਕਲ ਐਸੋਸੀਏਸ਼ਨ 2003 ਵਿੱਚ ਚਾਈਨਾ ਅਧਿਐਨ ਦੇ ਸਮਰਥਨ ਵਿੱਚ ਹੀ ਆਪਣੀ ਰਿਪੋਰਟ ਦਿੰਦੇ ਹੋਏ ਕਹਿੰਦੀ ਹੈ ਕਿ ਕੱਚੇ ਆਹਾਰ ਨਾਲ ਕੋਲੇਸਟ੍ਰੋਲ ਦੀ ਉਨੀ ਮਾਤਰਾ ਘਟਾਈ ਜਾ ਸਕਦੀ ਹੈ ਜਿੰਨੀ ਤੁਸੀਂ ਸਟੈਟਿਨ ਦੀ ਵਰਤੋਂ ਨਾਲ ਘਟਾ ਲੈਂਦੇ ਹੋ। ਇੱਥੇ ਇੱਕ ਲਾਭ ਇਹ ਵੀ ਹੈ, ਇਸ ਵਰਤੋਂ 'ਚ ਕਿਸੇ ਵੀ ਤਰ੍ਹਾਂ ਦਾ ਦੁਰਪ੍ਰਭਾਵ ਨਹੀਂ ਹੁੰਦਾ। ਠੀਕ ਇਸੇ ਤਰ੍ਹਾਂ ਦ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ 2001 ਦਾ ਕੱਚੇ ਆਹਾਰ ਦੇ ਬਾਰੇ ਕਹਿਣਾ ਹੈ ਕਿ ਆਸਟੀਓਪੋਰੋਸਿਸ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਿਪ ਫ੍ਰੈਕਚਰ ਠੀਕ ਨਹੀਂ ਹੋ ਸਕਦਾ। ਜੇ ਆਪਣੇ ਆਹਾਰ 'ਚ ਕੱਚੇ ਭੋਜਨ ਨੂੰ ਸ਼ਾਮਲ ਕਰ ਲਓ ਤਾਂ 36% ਤੱਕ ਹਿਪ ਫ੍ਰੈਕਚਰਸ ਵਿੱਚ ਵੀ ਆਰਾਮ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਅਮਰੀਕੀ ਹਾਰਟ ਐਸੋਸੀਏਸ਼ਨ ਸਾਇੰਸ ਐਡਵਾਈਜ਼ਰੀ ਨੇ ਨਿਚੋੜ ਕੱਢਿਆ ਕਿ ਕੱਚੇ ਫਲ ਤੇ ਸਬਜ਼ੀਆਂ ਖਾਣ ਨਾਲ ਲੋਕਾਂ ਦੀ ਸਿਹਤ ਵਿੱਚ ਜ਼ਬਰਦਸਤ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਠੀਕ ਇਸੇ ਤਰ੍ਹਾਂ ਇਸ ਵਿੱਚ ਇਹ ਵੀ ਪ੍ਰਕਾਸ਼ਿਤ ਹੋਇਆ ਹੈ ਕਿ ਕੋਲੇਸਟ੍ਰੋਲ ਘੱਟ ਕਰਨ ਵਾਲੀ ਸਟੈਟਿਨ ਦੀਆਂ ਦਵਾਈਆਂ ਲੈਣ ਵਾਲੇ ਮਰੀਜ਼ਾਂ ਦੇ ਮੁਕਾਬਲੇ ਉਹ ਮਰੀਜ਼ 2.5 ਗੁਣਾ ਤੇਜ਼ੀ ਨਾਲ ਤੰਦਰੁਸਤ ਹੁੰਦੇ ਹਨ ਜੋ ਆਹਾਰ ਵਿੱਚ ਕੱਚੇ ਖਾਦ ਪਦਾਰਥ ਲੈਂਦੇ ਹਨ। ਹੁਣ ਸਵਾਲ ਇਹ ਹੈ, ਜੇ ਅਣਪੱਕਿਆ ਜਾਂ ਕੱਚਾ ਆਹਾਰ ਲੈਣ ਨਾਲ ਹੀ ਅਨੇਕਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਤੇ ਇਹ ਗੱਲ ਜਨਤਾ ਤੋਂ ਲੁਕੋਈ ਕਿਉਂ ਜਾਂਦੀ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੋਲੇਸਟ੍ਰੋਲ ਗਾਈਡਲਾਈਨਸ ਪੈਨਲ ਦੇ ਚੇਅਰਮੈਨ ਡਾਕਟਰ ਸਕਾਟ ਗਰੂੰਡੀ ਕਹਿੰਦੇ ਹਨ, ਦਵਾਈ ਕੰਪਨੀਆਂ ਬੇਹੱਦ ਤਾਕਤਵਰ ਹਨ। ਇਹਨਾਂ ਦਵਾਈਆਂ ਦੀ ਤਰੱਕੀ ਦੇ ਲਈ ਉਹ ਕਾਫੀ ਤਾਕਤ ਲਗਾ ਦਿੰਦੀਆਂ ਹਨ। ਅਜਿਹੀ ਕੋਈ ਇੰਡਸਟਰੀ ਨਹੀਂ ਹੈ ਜੋ ਸਿਹਤਮੰਦ ਭੋਜਨ ਦਾ ਪ੍ਰਚਾਰ ਕਰੇ। ਦਵਾਈਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਰਨਲ ਆਫ ਅਮਰੀਕਨ ਐਸੋਸੀਏਸ਼ਨ, ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਤੇ ਦ ਲੈਂਸੈਟ ਐਂਡ ਦ ਐਨਲਸ ਆਫ ਇੰਟਰਨੈਸ਼ਨਲ ਮੈਡੀਸਨ ਨੇ ਮਿਲ ਕੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ ਜੋ ਨਾ ਕੇਵਲ ਸਖਤ ਬਲਕਿ ਅੱਖਾਂ ਖੋਲਣ ਵਾਲਾ ਵੀ ਹੈ। ਮੈਡੀਕਲ ਖੋਜਕਰਤਾਵਾਂ ਤੇ ਕਾਰਪੋਰੇਟ ਪ੍ਰਯੋਜਕਾਂ ਵਿਚਲਾ ਸੰਬੰਧ ਬੇਹੱਦ ਨਿਰਦਈ ਜਾਂ ਇੰਜ ਕਹੀਏ ਕਿ ਕਰੂਰ ਹੈ, ਜੋ ਸਪਸ਼ਟ ਕਰਦਾ ਹੈ ਕਿ ਫਾਰਮਾਸਿਊਟੀਕਲ ਕੰਪਨੀਆਂ ਚਾਹੁੰਦੀਆਂ ਹਨ ਕਿ ਲੋਕ ਲੰਮੇ ਸਮੇਂ ਤੱਕ ਬਿਮਾਰ ਰਹਿਣ ਤੇ ਬਿਮਾਰ ਰਹਿੰਦੇ ਹੋਏ ਹੀ ਜਿਉਂਦੇ ਰਹਿਣ। ਅੱਜ ਕੱਲ੍ਹ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਬਿਮਾਰੀ ਦੀ ਮਾਰਕੀਟਿੰਗ ਇਸ ਹੱਦ ਤੱਕ ਵਧਾ ਦਿੱਤੀ ਗਈ ਹੈ ਕਿ ਮੈਡੀਕਲ ਉਦਯੋਗ ਨਾਲ ਜੁੜੇ ਲੋਕ ਇਹ ਭੁੱਲ ਗਏ ਹੈ ਕਿ ਉਹਨਾਂ ਦਾ ਪਹਿਲਾ ਉਦੇਸ਼ ਲੋਕਾਂ ਨੂੰ ਨਿਰੋਗ ਰੱਖਣਾ ਹੈ, ਨਾ ਕਿ ਲਾਭ ਦੇ ਲਈ ਅੰਨ੍ਹੇਵਾਹ ਦਵਾਈਆਂ ਤੇ ਬਿਮਾਰੀਆਂ ਦੀ ਪਛਾਣ ਸੰਬੰਧੀ ਜਾਂਚ ਕਰਵਾਉਣ ਦੀ ਸਲਾਹ ਦੇਣਾ। ਟਾਈਮ ਪੱਤਰਕਾ ਦੇ ਲੇਖ ਹਸਪੀਟਲ ਵਰਕ ਦੇ ਅਨੁਸਾਰ ਸਿਰਫ ਲਾਭ ਕਮਾਉਣ ਦੇ ਲਈ ਅਕਸਰ ਡਾਕਟਰ ਮਰੀਜ਼ਾਂ ਨੂੰ ਮਹਿੰਗੇ ਡਾਇਗਨੋਸਟਿਕ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ। ਜਾਓ ਤੇ ਆਪਣੇ ਆਲੇ ਦੁਆਲੇ ਲੱਭਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਇੱਕ ਵੀ ਡਾਕਟਰ ਦਾ ਕਲੀਨਿਕ ਅਜਿਹਾ ਨਹੀਂ ਮਿਲੇਗਾ ਜਿੱਥੇ ਦਵਾਈ ਕੰਪਨੀਆਂ ਵੱਲੋਂ ਤੋਹਫੇ ਵਜੋਂ ਦਿੱਤੇ ਗਏ ਪੈਨ, ਡਾਇਰੀਆਂ, ਨੋਟਪੈਡ, ਕੰਧ ਘੜੀਆਂ ਜਾਂ ਕੰਧਾਂ ਤੇ ਟੰਗੇ ਕੈਲੰਡਰ ਨਹੀਂ ਹੋਣਗੇ। ਇਹਨਾਂ ਸਾਰੀਆਂ ਪ੍ਰਚਾਰ ਵਸਤੂਆਂ ਤੇ ਕੰਪਨੀ ਆਪਣੇ ਵੱਲੋਂ ਬਣਾਈਆਂ ਗਈਆਂ ਨਵੀਆਂ ਦਵਾਈਆਂ ਦੇ ਤਾਰੀਫਾਂ ਦੇ ਪੁੱਲ ਬਣਦੇ ਹੋਏ ਇਸ਼ਤਿਹਾਰ ਦਿੰਦੀਆਂ ਹਨ। ਇਹ ਗੱਲ ਬਿਲਕੁਲ ਸਾਫ਼ ਹੈ ਕਿ ਡਾਕਟਰ ਦੇ ਅਚੇਤ ਮਨ ਤੇ ਇਹਨਾਂ ਸਾਰੀਆਂ ਵਸਤੂਆਂ ਦਾ ਅਪਰਤੱਖ ਪ੍ਰਭਾਵ ਪੈਂਦਾ ਹੈ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਅਮਰੀਕਨ ਜਰਨਲ ਆਫ ਬਾਇਓਐਥਿਕਸ ਵਿੱਚ ਇਹ ਪ੍ਰਕਾਸ਼ਿਤ ਹੋਇਆ ਹੈ ਕਿ ਜਦੋਂ ਕੋਈ ਕਿਸੇ ਤੋਂ ਤੋਹਫਾ ਜਾਂ ਕਿਸੇ ਵੀ ਤਰ੍ਹਾਂ ਦਾ ਕੰਮ ਜਾਂ ਅਹਿਸਾਨ ਲੈਂਦਾ ਹੈ ਤਾਂ ਖੁਦ ਨੂੰ ਉਹਦਾ ਰਿਣੀ ਮਹਿਸੂਸ ਕਰਨ ਲੱਗਦਾ ਹੈ। ਇਸ ਤਰ੍ਹਾਂ ਉਹਦੇ ਦਿਮਾਗ 'ਚ ਉਹਦਾ ਅਹਿਸਾਨ ਜਾਂ ਕਰਜ਼ਾ ਲਾਉਣ ਦੀ ਗੱਲ ਰਹਿੰਦੀ ਹੈ ਜੋ ਸਿੱਧੇ ਜਾਂ ਕਿਸੇ ਨਾ ਕਿਸੇ ਤੌਰ ਤੇ ਤੋਹਫਾ ਲੈਣ ਵਾਲੇ ਦੇ ਦਿਮਾਗ ਤੇ ਅਸਰ ਕਰਦੀ ਹੈ।
ਉਹ ਉਹਦੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹਾ ਹੀ ਕੁਝ ਦਵਾਈ ਕੰਪਨੀਆਂ ਨਾਲ ਤੋਹਫੇ ਵਜੋਂ ਵੱਖ-ਵੱਖ ਚੀਜ਼ਾਂ ਲੈਣ ਵਾਲੇ ਡਾਕਟਰਾਂ ਦੇ ਦਿਮਾਗ ਤੇ ਵੀ ਪੈਂਦਾ ਹੈ ਤੇ ਉਸੇ ਦੇ ਪ੍ਰਭਾਵ 'ਚ ਆ ਕੇ ਉਹ ਮਰੀਜ਼ਾਂ ਨੂੰ ਬੇਕਾਰ ਦੀਆਂ ਦਵਾਈਆਂ ਲਿਖਣ ਤੋਂ ਖੁਦ ਨੂੰ ਰੋਕ ਨਹੀਂ ਸਕਦੇ ਤਾਂ ਕਿ ਉਸ ਨਾਲ ਦਵਾਈ ਕੰਪਨੀਆਂ ਦਾ ਫਾਇਦਾ ਹੋਵੇ ਤੇ ਉਹ ਤੋਹਫਿਆਂ ਦੇ ਉਸ ਕਰਜ਼ੇ ਦਾ ਬੋਝ ਲਾ ਸਕਣ। ਮੈਨੂੰ ਵਿਸ਼ਵਾਸ ਹੈ ਕਿ ਇੰਨੇ ਸਾਰੇ ਉਦਾਹਰਨਾਂ ਤੋਂ ਬਾਅਦ ਤੁਸੀਂ ਇੰਨਾ ਤਾਂ ਸਮਝ ਹੀ ਗਏ ਹੋਗੇ ਕਿ ਕਿਸੇ ਵੀ ਤਰ੍ਹਾਂ ਦੀ ਬਿਮਾਰੀ, ਇੱਥੋਂ ਤੱਕ ਕਿ ਬਿਮਾਰੀ ਬਾਰੇ ਸੋਚਣਾ ਵੀ ਤੁਹਾਨੂੰ ਭੈਭੀਤ ਕਰ ਦਿੰਦਾ ਹੈ। ਅਜਿਹੇ 'ਚ ਤੁਸੀਂ ਖੁਦ ਨੂੰ ਡਾਕਟਰ ਦੇ ਹਵਾਲੇ ਕਰ ਦਿੰਦੇ ਹੋ। ਉਹ ਤੁਹਾਨੂੰ ਪੂਰੇ ਨਿਯਮ ਨਾਲ ਹਰ ਜਾਂਚ ਕਰਾਉਣ ਲਈ ਕਹਿੰਦੇ ਹਨ ਤਾਂ ਕਿ ਤੁਸੀਂ ਜੀਵਨ ਭਰ ਬਿਮਾਰ ਰਹਿ ਸਕੋ। ਉਹਨਾਂ ਦੇ ਪੱਕੇ ਗਾਹਕ ਬਣ ਜਾਓ। ਜੇ ਅਜਿਹਾ ਨਹੀਂ ਹੈ ਤਾਂ ਪ੍ਰਿਥਵੀ ਦਾ ਇੱਕ ਵੀ ਵਿਅਕਤੀ ਅੱਜ ਤੱਕ ਆਧੁਨਿਕ ਦਵਾਈਆਂ ਦੀ ਤਾਕਤ ਨਾਲ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਕੋਲੈਸਟਰੋਲ, ਮਾਈਗ੍ਰੇਨ ਜਾਂ ਮੋਟਾਪੇ ਵਰਗੀਆਂ ਬਿਮਾਰੀਆਂ ਤੋਂ ਕਿਉਂ ਨਹੀਂ ਬਚ ਸਕਿਆ? ਜਦ ਕਿ ਜੋ ਤਰੀਕਾ ਮੈਂ ਤੁਹਾਨੂੰ ਦੱਸਿਆ ਹੈ ਉਹਦੇ ਨਾਲ ਕੇਵਲ 3 ਤੋਂ 6 ਮਹੀਨੇ 'ਚ ਹੀ ਤੁਸੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਨਿਰੋਗ ਹੋ ਜਾਓਗੇ। ਜੇ ਤੁਸੀਂ ਸੋਚ ਰਹੇ ਹੋ ਕਿ ਸਾਲਾਂ ਪੁਰਾਣੀ ਬਿਮਾਰੀ ਕੇਵਲ ਕੁਦਰਤੀ ਆਹਾਰ ਗ੍ਰਹਿਣ ਕਰਨ ਨਾਲ ਕਿਵੇਂ ਠੀਕ ਹੋ ਸਕਦੀ ਹੈ, ਤਾਂ ਇਸ ਸੰਸ਼ੇ ਦੇ ਹੱਲ ਲਈ ਸਾਨੂੰ ਹਜ਼ਾਰਾਂ ਲੱਖਾਂ ਸਾਲ ਪਿੱਛੇ ਜਾਣਾ ਪਏਗਾ ਜਦੋਂ ਧਰਤੀ ਤੇ ਜੀਵਨ ਦਾ ਕੋਈ ਚਿੰਨ੍ਹ ਨਹੀਂ ਸੀ। BBC ਦੀ ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ 4000 ਮਿਲੀਅਨ ਸਾਲ ਪਹਿਲਾਂ ਜੀਵਨ ਦੀ ਸ਼ੁਰੂਆਤ ਹੋਈ ਜਦੋਂ ਧਰਤੀ ਹੋਂਦ ਦੇ ਮੁੱਢਲੇ ਪੜਾਵਾਂ 'ਚ ਸੀ। ਕੀ ਤੁਹਾਨੂੰ ਪਤਾ ਹੈ ਕਿ ਉਦੋਂ ਉਸ ਦਾ ਤਲ ਕਿਹੋ ਜਿਹਾ ਸੀ? ਉੱਥੋਂ ਦਾ ਵਾਤਾਵਰਨ ਕਿਹੋ ਜਿਹਾ ਸੀ? ਅਸੀਂ ਤੁਹਾਨੂੰ ਇਸ ਵਿਸ਼ੇ ਬਾਰੇ ਦੱਸਦੇ ਹਾਂ। ਜਵਾਲਾਮੁਖੀ ਦੇ ਕਾਰਨ ਉੱਥੇ ਆਲੇ ਦੁਆਲੇ ਠੰਡੀਆਂ ਭਾਫ ਵਾਲੀਆਂ ਅਮੋਨੀਆ ਗੈਸਾਂ ਫੈਲੀਆਂ ਸੀ। ਉਦੋਂ ਪ੍ਰਿਥਵੀ ਤੇ ਜੀਵਨ ਤਾਂ ਸੀ ਨਹੀਂ, ਨਾ ਹੀ ਪੌਦੇ ਸਨ। ਅਜਿਹੇ 'ਚ ਭਲਾ ਮੁਫਤ ਆਕਸੀਜਨ ਗੈਸ ਵਾਤਾਵਰਨ 'ਚ ਕਿਵੇਂ ਹੋ ਸਕਦੀ ਸੀ? ਕਿਉਂਕਿ ਆਕਸੀਜਨ ਤਾਂ ਪੌਦਿਆਂ ਤੋਂ ਮਿਲਦੀ ਹੈ ਤੇ ਜਦ ਉੱਥੇ ਜੀਵਨ ਹੀ ਨਹੀਂ ਸੀ ਤਾਂ ਭਲਾ ਆਕਸੀਜਨ ਕਿੱਥੋਂ ਹੁੰਦੀ? ਉਦੋਂ ਸਾਰੀਆਂ ਗੈਸਾਂ ਕਮਜ਼ੋਰ ਸਥਿਤੀ 'ਚ ਸਨ ਤੇ ਸਮੁੰਦਰ ਵਿੱਚ ਘੁਲੀਆਂ ਮਿਲੀਆਂ ਹੋਈਆਂ ਸਨ। ਪ੍ਰਿਥਵੀ ਇੱਕ ਉਬਲਦੇ ਹੋਏ ਜਵਾਲਾਮੁਖੀ ਦੇ ਸਮਾਨ ਸੀ। ਬੱਦਲਾਂ ਦੀ ਗੜਗੜਾਹਟ ਨਾਲ ਪੈਦਾ ਹੋਈ ਬਿਜਲੀ ਤੇ ਸੂਰਜ ਦੀਆਂ ਪਹਿਰਾ ਬੈਂਗਣੀ ਐਸਟ੍ਰਾਵਾਇਲਟ ਕਿਰਨਾਂ ਦੇ ਕਾਰਨ ਇਹਨਾਂ ਗੈਸਾਂ ਵਿੱਚ ਪ੍ਰਤੀਕਿਰਿਆਵਾਂ ਹੋਈਆਂ। ਸਮੁੰਦਰੀ ਪਾਣੀ ਵਿੱਚ ਘੁਲਣ ਤੇ ਇਹਨਾਂ ਪ੍ਰਤੀਕਿਰਿਆਵਾਂ ਤੋਂ ਬਾਅਦ ਜੋ ਇੱਕ ਨਵਾਂ ਕੰਪਾਊਂਡ ਸਾਹਮਣੇ ਆਇਆ ਉਹਨੂੰ ਅਮੀਨੋ ਐਸਿਡ ਦਾ ਨਾਮ ਦਿੱਤਾ ਗਿਆ। ਅਮੀਨੋ ਐਸਿਡ ਜੀਵਨ ਦਾ ਮੂਲ ਆਧਾਰ ਹੈ ਜਿਸ ਨਾਲ ਪ੍ਰੋਟੀਨ ਬਣਦੇ ਹਨ। ਇਹੀ ਪ੍ਰੋਟੀਨ ਮਾਨਵ ਸਰੀਰ ਦੀ ਰਚਨਾ ਕਰਦੇ ਹਨ। ਇਸ ਤੱਥ ਦੀ ਪੁਸ਼ਟੀ ਇੱਕ ਅਮਰੀਕੀ ਵਿਗਿਆਨਕ ਸਟੈਨਲੇ ਮਿਲੇ ਨੇ ਵੀ ਕੀਤੀ। 1950 'ਚ ਅਮਰੀਕਾ ਦੇ ਸਟੈਨਲੇ ਮਿਲੇ ਨੇ ਵਾਤਾਵਰਨ ਦੇ ਤੱਤਾਂ ਮਿਥੇਨ, ਹਾਈਡਰੋਜਨ, ਸਾਇਨਾਈਡ, ਅਮੋਨੀਆ, ਪਾਣੀ, ਕਾਰਬਨ ਡਾਈਆਕਸਾਈਡਸ ਨੂੰ ਬਨੌਟੀ ਰੂਪ 'ਚ ਇੱਕ ਫਲਾਸਕ ਵਿੱਚ ਰੱਖਿਆ ਜਿਹਨੂੰ ਕਿੰਨੇ ਹੀ ਦਿਨਾਂ ਤੱਕ ਉਬਾਲਿਆ ਗਿਆ। ਜਦੋਂ ਉਸ 'ਚ ਬੁਲਬੁਲੇ ਉੱਠਣ ਲੱਗੇ ਤਾਂ ਉਸ ਵਿੱਚ ਇਲੈਕਟ੍ਰਿਕ ਡਿਸਚਾਰਜ ਕੀਤੀ ਗਈ ਲਾਈਟਨਿੰਗ ਵਰਗੀ ਵਾਇਲਟ ਫੋਰਸਿਸ ਨੂੰ ਪਾਣੀ 'ਚੋਂ ਲੰਘਾਇਆ ਗਿਆ ਜਿਸ ਨਾਲ ਪਾਣੀ ਗਾੜਾ ਹੁੰਦਾ ਗਿਆ। ਉਦੋਂ ਜਾ ਕੇ ਅਸੀਂ ਇੱਕ ਪ੍ਰਮਾਣਿਤ ਜਾਂ ਨਿਰਣਾਇਕ ਸਥਿਤੀ 'ਚ ਪਹੁੰਚ ਸਕੇ ਜੋ ਇਹ ਦਿਖਾਉਂਦੀ ਹੈ ਕਿ ਇਸ ਤਰਲ ਵਿੱਚ ਅਮੀਨੋ ਐਸਿਡਸ ਮੌਜੂਦ ਹਨ ਜਿਹਨੂੰ ਬਿਲਡਿੰਗ ਬਲਾਕ ਆਫ ਲਾਈਫ ਵੀ ਕਹਿੰਦੇ ਹਨ। ਪ੍ਰੋਟੀਨ ਤੋਂ ਬਣਨ ਵਾਲਾ ਇਹ ਤੱਤ ਜੀਵਨ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਅਸੀਂ ਜਾਣਦੇ ਹਾਂ ਕਿ ਅਮੀਨੋ ਐਸਿਡ ਜੀਵਨ ਦਾ ਬੇਸਿਕ ਬਿਲਡਿੰਗ ਬਲਾਕ ਹੈ ਤੇ ਅਮੀਨੋ ਐਸਿਡ ਤੋਂ ਪ੍ਰੋਟੀਨ ਬਣਦਾ ਹੈ ਜੋ ਕਿ ਜੀਵਨ ਦਾ ਇੱਕ ਮੁੱਖ ਆਧਾਰ ਹੈ। ਹੁਣ ਇੱਕ ਵਿਹਾਰਿਕ ਉਦਾਹਰਨ ਲੈਂਦੇ ਹਾਂ। ਇਸ ਵੇਲੇ ਜੇ ਤੁਸੀਂ ਆਪਣੇ ਹੱਥ ਨੂੰ ਹਿਲਾ ਸਕਦੇ ਹੋ ਤਾਂ ਹੱਥਾਂ ਦੀਆਂ ਮਾਸਪੇਸ਼ੀਆਂ 'ਚ ਆਕਸੀਜਨ ਦਾ ਸੰਗ੍ਰਹਿ ਹੀ ਉਹਦਾ ਅਸਲੀ ਕਾਰਨ ਹੈ ਜੋ ਕਿ ਪ੍ਰੋਟੀਨ ਦੇ ਕਾਰਨ ਬਣਿਆ। ਹੁਣ ਅਸੀਂ ਇਸ ਗੱਲ ਨੂੰ ਗਹਿਰਾਈ 'ਚ ਜਾ ਕੇ ਸਮਝਣ ਦਾ ਯਤਨ ਕਰਦੇ ਹਾਂ। 1999 'ਚ ਡਾਕਟਰ ਗੁੰਟਰ ਬਲੋਬੇਲ ਨੂੰ ਉਹਨਾਂ ਦੀ ਖੋਜ ਦੇ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦੀ ਖੋਜ ਇਹ ਸੀ ਕਿ ਹਰ ਪ੍ਰੋਟੀਨ 'ਚ ਪਹਿਲਾਂ ਤੋਂ ਹੀ ਕੋਡਿੰਗ ਸਿਗਨਲ ਮੌਜੂਦ ਹੁੰਦੇ ਹਨ ਜਿਨ੍ਹਾਂ ਨਾਲ ਇਹ ਤੈਅ ਹੁੰਦਾ ਹੈ ਕਿ ਪ੍ਰੋਟੀਨ ਕਿਹੜੇ ਸੈੱਲ ਦਾ ਹਿੱਸਾ ਬਣਨ ਵਾਲਾ ਹੈ ਤੇ ਸੈੱਲ ਦੇ ਕਿਹੜੇ ਹਿੱਸੇ ਨਾਲ ਸੰਬੰਧਿਤ ਹੋਏਗਾ। ਸਧਾਰਨ ਭਾਸ਼ਾ 'ਚ ਅਸੀਂ ਕਹਿ ਸਕਦੇ ਹਾਂ ਨਿਊਟ੍ਰੀਐਂਟਸ ਇਸੇ ਸੋਚ ਵਿੱਚ ਨਹੀਂ ਪਏ ਰਹਿੰਦੇ ਕਿ ਉਹ ਕਿੱਥੇ ਜਾਣ ਜਾਂ ਉਂਝ ਹੀ ਮਾਨਵ ਸਰੀਰ 'ਚ ਨਹੀਂ ਭਟਕਦੇ ਰਹਿੰਦੇ, ਬਲਕਿ ਉਹਨਾਂ ਦੇ ਅੰਦਰ ਪਹਿਲਾਂ ਤੋਂ ਹੀ ਐਡਰੈਸ ਕੋਡ ਹੁੰਦਾ ਹੈ ਕਿ ਉਹਨਾਂ ਨੇ ਕਿਹੜੇ ਸੈੱਲ ਦੇ ਕਿਹੜੇ ਹਿੱਸੇ ਨੂੰ ਆਪਣਾ ਘਰ ਬਣਾਉਣਾ ਹੈ। ਕੁਦਰਤ ਦਾ ਆਪਣਾ ਪੋਸਟਲ ਸਿਸਟਮ ਇਹੀ ਹੁੰਦਾ ਹੈ। ਜਿਸ ਤਰ੍ਹਾਂ ਇੱਕ ਚਿੱਠੀ ਦੇ ਨਾਂ ਪਤਾ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਹੈ ਅਤੇ ਡਾਕੀਆ ਉਹਨੂੰ ਕੇਵਲ ਸਹੀ ਸਥਾਨ ਤੇ ਪਹੁੰਚਾਉਣ ਦਾ ਕੰਮ ਕਰਦਾ ਹੈ, ਉਸੇ ਤਰ੍ਹਾਂ ਇੱਥੇ ਵੀ ਹੁੰਦਾ ਹੈ। ਪਰ ਜ਼ਰਾ ਵਿਚਾਰ ਕਰੋ, ਜੇ ਕਿਸੇ ਕਾਰਨ ਉਹ ਪਤਾ ਧੁੰਦਲਾ ਹੋ ਜਾਏ ਜਾਂ ਚੰਗੀ ਤਰ੍ਹਾਂ ਪੜ੍ਹਿਆ ਨਾ ਜਾਏ, ਪਤੇ ਵਾਲਾ ਹਿੱਸਾ ਪਾੜ ਜਾਏ, ਕੀ
ਤਾਂ ਵੀ ਡਾਕੀਆ ਉਹਨੂੰ ਸਹੀ ਪਤੇ ਉੱਤੇ ਪਹੁੰਚਾ ਸਕੇਗਾ। ਮਾਨਵ ਸਰੀਰ ਤੇ ਭੋਜਨ ਦਾ ਸੰਬੰਧ ਵੀ ਕੁਝ ਅਜਿਹਾ ਹੀ ਹੁੰਦਾ ਹੈ। ਜਦੋਂ ਕਿਸੇ ਭੋਜਨ ਨੂੰ ਲੋੜ ਤੋਂ ਵੱਧ ਪਕਾ ਲਿਆ ਜਾਂਦਾ ਹੈ, ਬਹੁਤ ਠੰਡਾ ਕੀਤਾ ਜਾਂਦਾ ਹੈ ਜਾਂ ਮਾਈਕ੍ਰੋਵੇਵ 'ਚ ਤਿਆਰ ਕੀਤਾ ਜਾਂਦਾ ਹੈ, ਤਾਂ ਉਹਦੇ ਅੰਦਰਲੇ ਕੋਡਿੰਗ ਸਿਗਨਲ ਨਸ਼ਟ ਹੋ ਜਾਂਦੇ ਹੈ। ਉਹ ਸਰੀਰ ਦੇ ਕਿਸੇ ਵੀ ਹਿੱਸੇ 'ਚ ਬੈਠ ਕੇ ਆਪਣੀ ਜਗ੍ਹਾ ਬਣਾ ਲੈਂਦੇ ਆ। ਇਸ ਤਰ੍ਹਾਂ ਅਸੀਂ ਅਣਜਾਣੇ 'ਚ ਹੀ ਆਪਣੇ ਸਰੀਰ 'ਚ ਬਿਮਾਰੀ ਦੀ ਨੀਂਹ ਰੱਖ ਦਿੰਦੇ ਹਾਂ। 1999 'ਚ ਡਾਕਟਰ ਗੁੰਟਰ ਬਲੋਬੇਲ ਦੀ ਖੋਜ ਤੋਂ ਪਹਿਲਾਂ ਹੀ ਸਾਰੀ ਪ੍ਰਗਤੀ ਨੂੰ ਇੱਕ ਤਰ੍ਹਾਂ ਨਾਲ ਵਿਅਰਥ ਕਿਹਾ ਜਾ ਸਕਦਾ ਹੈ। ਹਿਪੋਕਰੇਟਸ ਦ ਫਾਦਰ ਆਫ ਮਾਡਰਨ ਮੈਡੀਸਨ ਨੇ ਸੱਚ ਹੀ ਕਿਹਾ ਹੈ, ਨਾਟ ਦ ਡਾਕਟਰ ਬਟ ਨੇਚਰ ਹੀਲਸ। ਭਾਵ ਡਾਕਟਰ ਨਹੀਂ ਬਲਕਿ ਕੁਦਰਤ ਸਾਨੂੰ ਤੰਦਰੁਸਤ ਰੱਖਦੀ ਹੈ। ਅਸੀਂ ਵੀ ਅਜਿਹੀ ਇੱਕ ਤਰਕੀਬ ਨੂੰ ਖੋਜ ਲਿਆ। ਕਾਫੀ ਡੂੰਘੀ ਖੋਜ ਤੋਂ ਬਾਅਦ ਸਾਨੂੰ ਪਤਾ ਲੱਗਿਆ ਹੈ ਕਿ ਕੁਦਰਤ ਨੇ ਵੀਟ ਗ੍ਰਾਸ ਭਾਵ ਪੁੰਗਰਦੀ ਹੋਈ ਕਣਕ ਨੂੰ ਸਾਡੇ ਸਰੀਰ ਦੇ ਲਈ ਰਾਮਬਾਣ ਦਵਾਈ ਦੇ ਵਾਂਗ ਤਿਆਰ ਕੀਤਾ ਹੋਇਆ ਹੈ। ਬਸ ਸਾਨੂੰ ਉਹਦੀ ਸਹੀ ਵਰਤੋਂ ਕਰਨੀ ਸਿੱਖਣੀ ਪਏਗੀ। ਧੰਨਵਾਦ। ਆਉਣ ਵਾਲੇ ਸਮੇਂ 'ਚ ਡਾਕਟਰ ਕੋਈ ਦਵਾਈ ਨਹੀਂ ਦੇਣਗੇ, ਬਲਕਿ ਮਰੀਜ਼ਾਂ ਨੂੰ ਸਰੀਰ ਤੇ ਖਾਣ ਪੀਣ ਦਾ ਧਿਆਨ ਰੱਖਣ ਦੇ ਨਾਲ-ਨਾਲ ਬਿਮਾਰੀ ਦੇ ਕਾਰਨ ਤੇ ਨਿਵਾਰਨ ਦੇ ਉਪਾਅ ਦੱਸਣਗੇ। ਥਾਮਸ ਐਲਵਾ ਐਡੀਸਨ। 11ਵਾਂ ਅਗਲਾ ਲੇਖ ਹੈ ਸੁਪਰ ਫਾਸਟ ਹੀਲਿੰਗ। ਸਾਨੂੰ ਇਨਸਾਨ ਤੇ ਕੁਦਰਤ ਵਿਚਕਾਰ ਬਣੇ ਉਸ ਅਨੋਖੇ ਸਮੀਕਰਨ ਨੂੰ ਜਾਣਨਾ ਤੇ ਸਮਝਣਾ ਹੋਵੇਗਾ ਜਿਸ ਤੇ ਸਾਡੇ ਜੀਵਨ ਦੀ ਨੀਂਹ ਰੱਖੀ ਗਈ ਹੈ। ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜਦੋਂ ਸਾਡੇ ਸਰੀਰ ਤੇ ਸੱਟ ਲੱਗਦੀ ਹੈ ਤਾਂ ਕਿਸ ਤਰ੍ਹਾਂ ਨੁਕਸਾਨਿਆ ਹੋਇਆ ਅੰਗ ਖੂਨ ਵਹਾ ਕੇ ਪਹਿਲਾਂ ਉਸ ਅੰਗ ਨੂੰ ਸਾਫ਼ ਕਰਦਾ ਹੈ, ਫਿਰ ਖੂਨ ਜਮਾ ਕੇ ਉਸੇ ਜ਼ਖਮ ਨੂੰ ਪੂਰੀ ਤਰ੍ਹਾਂ ਭਰ ਦਿੰਦਾ ਹੈ। ਕੁਝ ਸਮੇਂ ਬਾਅਦ ਹੀ ਉੱਥੇ ਇੱਕ ਨਵੀਂ ਚਮੜੀ ਆ ਜਾਂਦੀ ਹੈ ਤੇ ਸਭ ਕੁਝ ਪਹਿਲਾਂ ਵਾਂਗ ਸਧਾਰਨ ਹੋ ਜਾਂਦਾ ਹੈ। ਸਰੀਰ ਇਸ ਤਰ੍ਹਾਂ ਖੁਦ ਨੂੰ ਸੁਪਰ ਫਾਸਟ ਹੀਲਿੰਗ ਪ੍ਰਦਾਨ ਕਰਦਾ ਹੈ। ਠੀਕ ਇਸੇ ਤਰ੍ਹਾਂ ਜਦੋਂ ਸਰੀਰ ਕੋਈ ਜ਼ਹਿਰੀਲਾ ਪਦਾਰਥ ਖਾ ਲੈਂਦਾ ਹੈ, ਉਹ ਇਹਨੂੰ ਡਾਇਰੀਆ ਜਾਂ ਉਲਟੀ ਰਾਹੀਂ ਸਰੀਰ 'ਚੋਂ ਕੱਢ ਦਿੰਦਾ ਹੈ। ਇਹਨੂੰ ਯੂਨੀਵਰਸਲ ਲਾਅ ਆਫ ਰੀਬੈਲੈਂਸਿੰਗ ਕਹਿੰਦੇ ਹੈ। ਭਾਵ ਸਰੀਰ ਨੂੰ ਪਸੰਦ ਨਹੀਂ ਕਿ ਤੁਸੀਂ ਉਸ ਵਿੱਚ ਕੋਈ ਬੇਕਾਰ ਚੀਜ਼ ਸੁੱਟੋ। ਤੁਹਾਡੇ ਅਜਿਹਾ ਕਰਦੇ ਹੀ ਉਹਨਾਂ ਨੂੰ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਕੁਦਰਤ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਤੇ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ। ਉਹਦੇ ਹੋਰ ਨੇੜੇ ਜਾਓ, ਯਕੀਨ ਮੰਨੋ ਕੁਦਰਤ ਖੁਦ ਹੀ ਤੁਹਾਡਾ ਧਿਆਨ ਰੱਖੇਗੀ। ਤੁਹਾਡਾ ਸਰੀਰ ਮੌਤ ਨੂੰ ਨਹੀਂ ਬਲਕਿ ਜੀਵਨ ਨੂੰ ਸਮਰਪਿਤ ਹੈ, ਪਰ ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ ਜੇ ਤੁਹਾਨੂੰ 1.5 ਤੋਂ 2 ਮਹੀਨੇ ਦਾ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ ਜਾਂ ਜੇ ਤੁਸੀਂ ਕੁਝ ਹੀ ਮਹੀਨਿਆਂ 'ਚ ਤੰਦਰੁਸਤੀ ਦਾ ਵਡਮੁੱਲਾ ਸਹਾਰਾ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਹਜ਼ਾਰਾਂ ਸਾਲ ਪਹਿਲੇ ਉਸ ਯੁੱਗ 'ਚ ਜਾਣਾ ਪਏਗਾ ਜਦੋਂ ਮਨੁੱਖ ਪਸ਼ੂ ਤੋਂ ਮਨੁੱਖ ਰੂਪ 'ਚ ਆਉਣ ਲਈ ਪਹਿਲੇ ਕੁਝ ਕਦਮ ਉਠਾ ਰਿਹਾ ਸੀ। BBC ਦੀ ਰਿਪੋਰਟ ਕਹਿੰਦੀ ਹੈ ਕਿ ਮਨੁੱਖ ਦੇ ਖਾਨਾਬਦੋਸ਼ ਜੀਵਨ ਦਾ ਇੱਕ ਸਥਿਰ ਤੇ ਨਿਯਮਤ ਖੇਤੀ ਜੀਵਨ ਵੱਲ ਵਧਣਾ ਉਹਦੇ ਲਈ ਇੱਕ ਬਹੁਤ ਵੱਡਾ ਕਦਮ ਸੀ। ਪਰ ਇਹ ਕਿਵੇਂ ਸੰਭਵ ਹੋਇਆ? ਇਹ ਕੁਦਰਤ ਦਾ ਇੱਕ ਬਹੁਤ ਵੱਡਾ ਭੇਤ ਹੈ। ਆਈਸ ਏਜ ਦੇ ਅੰਤ ਵਿੱਚ ਕਣਕ ਦਾ ਇੱਕ ਹਾਈਬ੍ਰਿਡ ਮੱਧ ਪੂਰਬ ਵਿੱਚ ਕਈ ਥਾਵਾਂ ਤੇ ਪ੍ਰਗਟ ਹੋਇਆ ਜੋ ਬਾਅਦ 'ਚ ਜੀਨ ਸਾਬਤ ਹੋਇਆ। ਗੌਰ ਕਰਨ ਵਾਲੀ ਗੱਲ ਹੈ ਕਿ ਕਣਕ ਦੀਆਂ 2 ਵੱਖ-ਵੱਖ ਕਿਸਮਾਂ ਨੇ ਖੇਤੀ ਸੱਭਿਅਤਾ ਦੀ ਨੀਂਹ ਰੱਖੀ। 4000 ਈਸਵੀ ਪੂਰਬ ਪਹਿਲਾਂ ਕਣਕ ਇੱਕ ਸਮਰੱਥ ਪੌਦਾ ਨਹੀਂ ਸੀ। ਇੱਥੋਂ ਤੱਕ ਪਹੁੰਚਣ ਲਈ ਉਹਨੂੰ ਕਈ ਪ੍ਰਕਿਰਿਆਵਾਂ 'ਚੋਂ ਲੰਘਣਾ ਪਿਆ ਤਾਂ ਕਿਤੇ ਜਾ ਕੇ ਉਹ ਇੱਕ ਜੰਗਲੀ ਕਣਕ ਦੇ ਰੂਪ 'ਚ ਤਬਦੀਲ ਹੋਇਆ ਜੋ ਕਿ 6 ਫੁੱਟ ਤੋਂ ਵੀ ਉੱਚਾ ਉੱਗਦਾ ਸੀ। ਸਮੇਂ ਦੇ ਨਾਲ ਇਸ 'ਚ ਅਚਾਨਕ ਜੱਦੀ ਤਬਦੀਲੀਆਂ ਆਈਆਂ ਤੇ ਇਹ ਇੱਕ ਜੰਗਲੀ ਕਣਕ ਤੋਂ ਉਪਜਾਊ ਪੌਦੇ 'ਚ ਤਬਦੀਲ ਹੋ ਗਿਆ। ਸਮੇਂ ਦੇ ਨਾਲ ਹੌਲੀ-ਹੌਲੀ ਇਸ 'ਚ ਹੋਰ ਤਬਦੀਲੀਆਂ ਆਉਂਦੀਆਂ ਗਈਆਂ। 14 ਕ੍ਰੋਮੋਜੋਮਸ ਵਾਲੀ ਜੰਗਲੀ ਕਣਕ ਦੀ ਕਿਸਮ ਤੇ 14 ਕ੍ਰੋਮੋਜੋਮਸ ਵਾਲੇ ਘਾਹ ਦੀ ਇੱਕ ਕਿਸਮ ਜਿਹਨੂੰ ਗੋਟ ਗ੍ਰਾਸ ਕਹਿੰਦੇ ਆ ਦੇ ਮਿਸ਼ਰਣ ਨਾਲ ਕਣਕ ਦੀ ਇੱਕ ਨਵੀਂ ਕਿਸਮ ਦੀ ਰਚਨਾ ਹੋਈ ਜਿਸ ਨੂੰ ਐਮਰ ਕਣਕ ਦੇ ਨਾਂ ਦਿੱਤਾ ਗਿਆ। ਇਸ 'ਚ 28 ਕ੍ਰੋਮੋਜੋਮਸ ਹਨ। ਕੁਝ ਸਮੇਂ ਬਾਅਦ 28 ਕ੍ਰੋਮੋਜੋਮਸ ਵਾਲੀ ਐਮਰ ਕਣਕ 14 ਕ੍ਰੋਮੋਜੋਮਸ ਵਾਲੀ ਗੋਟ ਗ੍ਰਾਸ ਦੀ ਆਪਸੀ ਮਿਸ਼ਰਣ ਨਾਲ ਕਣਕ ਦੀ ਜਿਹੜੀ ਕਿਸਮ ਤਿਆਰ ਹੋਈ ਇਹਨੂੰ ਅਸੀਂ ਅੱਜ ਵਰਤੋਂ 'ਚ ਲਿਆ ਰਹੇ ਹਾਂ। ਮਤਲਬ ਅਸੀਂ ਇਹਨੂੰ ਅੱਜ ਵਾਲੀ ਕਣਕ ਵੀ ਕਹਿ ਸਕਦੇ ਹਾਂ। 10,000 ਈਸਵੀ ਪੂਰਵ ਤੋਂ 8,000 ਈਸਵੀ ਪੂਰਵ ਦਾ ਸਮਾਂ ਸੀ ਜਦੋਂ ਮਨੁੱਖ ਪਸ਼ੂ ਤੋਂ ਇਨਸਾਨ ਬਣਿਆ। ਉਹਨੇ ਬਾਕੀ ਜੀਵਨ ਤੋਂ ਆਪਣੀ ਇੱਕ ਵੱਖਰੀ ਪਛਾਣ ਬਣਾਈ। ਉਦੋਂ ਮਨੁੱਖ ਨੇ ਵੀਟ ਗ੍ਰਾਸ ਪੁੰਗਰਦੀ ਹੋਈ ਕਣਕ ਨਾਲ ਦੋਸਤੀ ਕੀਤੀ। ਪਹਿਲੀ ਵਾਰ ਮਨੁੱਖ ਨੇ ਸੱਭਿਅਕ ਬਸਤੀਆਂ ਦੀ ਨੀਂਹ ਰੱਖੀ। ਇਹ ਕੋਈ ਸੰਯੋਗ ਨਹੀਂ ਕਿ ਵੀਟ ਗ੍ਰਾਸ ਮਨੁੱਖ ਦੇ ਲਈ ਅੰਮ੍ਰਿਤ ਦੇ ਰੂਪ 'ਚ ਸਾਬਤ ਹੋਇਆ। ਇਹੀ ਇੱਕ ਪੌਦਾ ਜਿਸ 'ਚ ਬਹੁਤ ਸਾਰੇ ਵਿਟਾਮਿਨ, ਮਿਨਰਲਸ, ਫਾਈਬਰ, ਨਿਊਟ੍ਰੀਐਂਟਸ
ਤੇ ਐਂਟੀਆਕਸੀਡੈਂਟਸ ਠੀਕ ਉਸੇ ਅਨੁਪਾਤ 'ਚ ਹਨ ਜੋ ਮਾਨਵੀ ਆਹਾਰ ਦੇ ਲਈ ਬੇਹੱਦ ਉੱਤਮ ਹਨ। ਕਿਹਾ ਜਾਂਦਾ ਹੈ ਕਿ ਜਦੋਂ ਭਗਵਾਨ ਗਣੇਸ਼ ਨੇ ਧਰਤੀ ਨੂੰ ਅਨਲਾਸੁਰ ਦੇ ਪ੍ਰਕੋਪ ਤੋਂ ਬਚਾਉਣ ਦੇ ਲਈ ਉਹਨੂੰ ਨਿਗਲ ਲਿਆ ਸੀ ਤਾਂ ਉਹਨਾਂ ਦੇ ਪੇਟ ਵਿੱਚ ਬਹੁਤ ਜਲਨ ਹੋਣ ਲੱਗੀ। ਉਦੋਂ ਸਾਰੇ ਦੇਵੀ ਦੇਵਤੇ ਆਪਣੀ ਪੂਰੀ ਤਾਕਤ ਲਗਾ ਕੇ ਵੀ ਭਗਵਾਨ ਗਣੇਸ਼ ਦੇ ਪੇਟ ਦੀ ਜਲਨ ਨੂੰ ਘੱਟ ਨਹੀਂ ਕਰ ਸਕੇ। ਉਸ ਵੇਲੇ 8800 ਸਾਧੂਆਂ ਨੇ ਮਿਲ ਕੇ ਭਗਵਾਨ ਗਣੇਸ਼ ਨੂੰ ਇਸੇ ਘਾਹ ਦਾ ਸੇਵਨ ਕਰਵਾਇਆ ਜਿਸ ਨਾਲ ਉਹਨਾਂ ਦੀ ਪੀੜਾ ਸਮਾਪਤ ਹੋ ਸਕੇ। ਵੀਟ ਗ੍ਰਾਸ ਦਾ ਵਰਣਨ ਹੋਰ ਕਈ ਗ੍ਰੰਥਾਂ ਦੇ ਨਾਲ ਬਾਈਬਲ 'ਚ ਵੀ ਆਉਂਦਾ ਹੈ। ਉਸ ਵਿੱਚ ਇਹਨੂੰ ਕਿਸੇ ਵੀ ਬਿਮਾਰੀ ਦਾ ਰਾਮਬਾਣ ਇਲਾਜ ਕਿਹਾ ਗਿਆ ਹੈ। ਲਗਭਗ 100 ਤੋਂ ਜ਼ਿਆਦਾ ਖੋਜ ਕਾਰਜਾਂ ਨਾਲ ਇਹ ਪ੍ਰਮਾਣਿਤ ਹੋ ਚੁੱਕਿਆ ਹੈ ਕਿ ਪੁੰਗਰ ਦੀ ਹੋਈ ਕਣਕ ਦਾ ਜੂਸ ਵੀਟ ਗ੍ਰਾਸ ਜੂਸ ਸਰੀਰ 'ਚ 3 ਤਰ੍ਹਾਂ ਨਾਲ ਕੰਮ ਕਰਦਾ ਹੈ। ਪਹਿਲਾ ਸਫਾਈ ਦਾ ਕੰਮ। ਵੀਟ ਗ੍ਰਾਸ ਜੂਸ ਸਰੀਰ 'ਚ ਸਾਲਾਂ ਤੋਂ ਜੰਮੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸਾਫ਼ ਰੱਖਣ 'ਚ ਮਦਦ ਕਰਦਾ ਹੈ। ਇਹਨੂੰ ਸਮਝਣ ਦੇ ਲਈ ਅਸੀਂ ਫਾਸਟ ਫੂਡ ਦਾ ਸੇਵਨ ਕਰਨ ਵਾਲੇ ਬੱਚਿਆਂ ਦੇ ਕੋਲੋਨ ਦਾ ਉਦਾਹਰਣ ਲੈਂਦੇ ਹਾਂ। ਕੋਲੋਨ ਵਿੱਚ ਚਿਪਕੇ ਜ਼ਹਿਰੀਲੇ ਪਦਾਰਥ ਨਾ ਕੇਵਲ ਉਹਨੂੰ ਨੁਕਸਾਨ ਪਹੁੰਚਾਉਂਦੇ ਹੈ ਬਲਕਿ ਉਹਦੇ ਖੂਨ 'ਚ ਮਿਲ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹੈ। ਲਗਭਗ 90% ਬਿਮਾਰੀਆਂ ਦਾ ਜਨਮ ਕੋਲੋਨ 'ਚ ਜ਼ਹਿਰੀਲੇ ਪਦਾਰਥਾਂ ਦੇ ਜੰਮਣ ਨਾਲ ਹੀ ਹੁੰਦਾ ਹੈ। 100 ਮਿਲੀਲੀਟਰ ਵੀਟ ਗ੍ਰਾਸ ਜੂਸ ਦਾ ਐਨੀਮਾ ਲੈ ਕੇ ਜੇ ਤੁਸੀਂ ਕੋਲੋਨ 'ਚ 15 ਮਿੰਟ ਰੱਖਦੇ ਹੋ, ਨਿਯਮਿਤ ਰੂਪ 'ਚ ਹਫ਼ਤੇ 'ਚ 1 ਵਾਰ ਸਵੇਰੇ ਵੀਟ ਗ੍ਰਾਸ ਐਨੀਮਾ ਲੈਂਦੇ ਹੋ ਤੇ ਕਈ ਬਿਮਾਰੀਆਂ ਖੁਦ ਬਖੁਦ ਗਾਇਬ ਹੋ ਸਕਦੀਆਂ ਹਨ। ਵੀਟ ਗ੍ਰਾਸ ਜੂਸ ਦਾ ਦੂਜਾ ਬੇਹੱਦ ਮਹੱਤਵਪੂਰਨ ਕੰਮ ਹੈ ਸਰੀਰ ਵਿੱਚ ਹਾਰਮੋਨਲ ਸੰਤੁਲਨ ਨੂੰ ਪੁਨਰ ਸੰਤੁਲਿਤ ਕਰਨਾ। ਇਹਦੇ ਲਈ ਵੀਟ ਗ੍ਰਾਸ ਸਭ ਤੋਂ ਪਹਿਲਾ ਵਿਟਾਮਿਨ ਤੇ ਮਿਨਰਲ ਦੀ ਘਾਟ ਨੂੰ ਪੂਰਾ ਕਰਦਾ ਹੈ। ਵੀਟ ਗ੍ਰਾਸ ਜੂਸ ਦਾ ਤੀਜਾ ਕੰਮ ਹੈ ਨੁਕਸਾਨੇ ਹੋਏ ਅੰਗਾਂ ਨੂੰ ਦਰੁਸਤ ਕਰਨਾ, ਕੈਂਸਰ ਵਾਲੇ ਸੈੱਲਾਂ ਦੇ ਵਾਧੇ ਨੂੰ ਕੈਦ ਕਰਕੇ ਉਹਨਾਂ ਨੂੰ ਗੈਰ ਸਰਗਰਮ ਕਰਨਾ ਤੇ ਫਿਰ ਨਸ਼ਟ ਕਰ ਦੇਣਾ। ਜੇ ਤੁਸੀਂ ਹਰ ਰੋਜ਼ 90% ਪੌਦਿਆਂ ਤੇ ਆਧਾਰਿਤ ਆਹਾਰ ਦੇ ਨਾਲ 50 ਤੋਂ 100 ਮਿਲੀਲੀਟਰ ਵੀਟ ਗ੍ਰਾਸ ਜੂਸ ਪੀਂਦੇ ਹੋ ਤੇ ਹਫ਼ਤੇ 'ਚ 1 ਵਾਰ ਵੀਟ ਗ੍ਰਾਸ ਐਨੀਮਾ ਵੀ ਲੈਂਦੇ ਹੋ ਤਾਂ 3 ਤੋਂ 6 ਮਹੀਨਿਆਂ 'ਚ ਹੀ ਡਾਇਬਟੀਜ਼, ਆਰਥਰਾਈਟਿਸ, ਮਾਈਗ੍ਰੇਨ, ਕਾਰਡੀਓਵਾਸਕੂਲਰ ਡਿਜ਼ੀਜ਼, ਕੈਂਸਰ, ਮੋਟਾਪਾ, ਪਾਚਨ ਤੰਤਰ ਦੀ ਬੇਨਿਯਮੀ, ਸਾਹ ਪ੍ਰਕਿਰਿਆ ਦੀ ਬੇਨਿਯਮੀ ਤੇ ਰੋਗ ਪ੍ਰਤੀਰੋਧਕ ਸਮਰੱਥਾ 'ਚ ਘਾਟ ਵਰਗੇ ਜੀਵਨ ਸ਼ੈਲੀ ਜਨਿਤ ਰੋਗਾਂ ਤੋਂ ਮੁਕਤੀ ਪਾ ਸਕਦੇ ਹੋ। ਇਹ ਪਾਇਆ ਗਿਆ ਹੈ ਕਿ ਸੰਸਾਰ ਦੇ ਸਾਰੇ ਮਾਸਾਹਾਰੀ ਜੀਵ ਵੀ ਬਿਮਾਰ ਹੋਣ ਤੇ ਘਾਹ ਹੀ ਖਾਂਦੇ ਹਨ, ਜਿਵੇਂ ਕੁੱਤਾ, ਬਿੱਲੀ ਤੇ ਸ਼ੇਰ ਆਦਿ। ਅਕਸਰ ਕਿਹਾ ਜਾਂਦਾ ਹੈ ਕਿ ਸ਼ੇਰ ਘਾਹ ਨਹੀਂ ਖਾਂਦਾ, ਪਰ ਸੱਚ ਇਹ ਹੈ ਬਿਮਾਰ ਹੋਣ ਤੇ ਸ਼ੇਰ ਵੀ ਘਾਹ ਹੀ ਖਾਂਦਾ ਹੈ। ਹਸਪਤਾਲਾਂ, ਡਾਕਟਰਾਂ ਤੇ ਸਿਹਤ ਉਦਯੋਗ ਨਾਲ ਜੁੜੀਆਂ ਇਹਨਾਂ ਕੌੜੀਆਂ ਤੇ ਹੈਰਾਨੀਜਨਕ ਸੱਚਾਈਆਂ ਨੂੰ ਸਮਝਣ ਤੋਂ ਬਾਅਦ ਤੁਸੀਂ ਇੰਨਾ ਤਾਂ ਜਾਣ ਹੀ ਗਏ ਹੋਗੇ ਕਿ ਕੁਦਰਤ ਦੇ ਕੋਲ ਹੀ ਤੁਹਾਡੇ ਰੋਗਾਂ ਦਾ ਇਲਾਜ ਤੇ ਤੰਦਰੁਸਤ ਰੂਪ 'ਚ ਜੀਵਨ ਜਿਉਣ ਦਾ ਭੇਤ ਲੁਕਿਆ ਹੈ। ਕੁਝ ਵਸਤੂਆਂ ਜੋ ਮਨੁੱਖਾਂ ਵੱਲੋਂ ਬਣਾਈਆਂ ਗਈਆਂ ਉਹ ਬੜੀ ਸਰਲਤਾ ਨਾਲ ਇਹਨਾਂ 'ਚ ਸੁਧਾਰ ਕਰ ਸਕਦਾ ਹੈ, ਪਰ ਜੋ ਵਸਤੂਆਂ ਕੁਦਰਤ ਨੇ ਬਣਾਈਆਂ ਉਹਨਾਂ 'ਚ ਸੁਧਾਰ ਕਰਨ ਦੇ ਲਈ ਮਨੁੱਖ ਤੇ ਆਧੁਨਿਕ ਵਿਗਿਆਨ ਦੇ ਕੋਲ ਵੀ ਸਮਰੱਥਾ ਨਹੀਂ ਹੈ। ਕੇਵਲ ਕੁਦਰਤ ਹੀ ਉਹਨਾਂ ਵਿੱਚ ਸੁਧਾਰ ਲਿਆ ਸਕਦੀ ਹੈ। ਤੁਸੀਂ ਖੁਦ ਕੁਦਰਤ ਦੀ ਸਿਰਜਣਾ ਹੋ, ਇਸ ਲਈ ਤੁਹਾਡੀ ਅਟੁੱਟ ਤੰਦਰੁਸਤੀ ਤੇ ਬਿਮਾਰੀਆਂ ਦੇ ਇਲਾਜ ਦਾ ਕੰਮ ਕੁਦਰਤ ਹੀ ਕਰ ਸਕਦੀ ਹੈ। ਦੂਜਾ ਤੱਥ ਇਹ ਹੈ ਕਿ ਤੁਹਾਨੂੰ ਆਪਣੀ ਸੋਚ ਵਿੱਚ ਸੁਧਾਰ ਲਿਆਉਣਾ ਪਏਗਾ। ਕੁਦਰਤ ਨੂੰ ਆਪਣਾ ਮਿੱਤਰ ਬਣਾਉਂਦੇ ਹੋਏ ਉਹਦੇ ਨਿਯਮਾਂ ਦੇ ਅਨੁਸਾਰ ਚੱਲਣ ਲਈ ਪ੍ਰਤੀਬੱਧ ਹੋਣਾ ਪਏਗਾ। ਪੈਦਾ ਹੁੰਦੇ ਜਿਸ ਬੱਚੇ ਨੂੰ ਡਾਕਟਰਾਂ, ਦਵਾਈਆਂ ਤੇ ਟੀਕਿਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੋਵੇ, ਬੇਸ਼ੱਕ ਉਹਨੂੰ ਆਪਣੇ ਆਪ ਨੂੰ ਬਦਲਣ 'ਚ ਥੋੜ੍ਹਾ ਜਿਹਾ ਸਮਾਂ ਤਾਂ ਜ਼ਰੂਰ ਲੱਗੇਗਾ, ਪਰ ਕਹਿੰਦੇ ਆ ਜਿੱਥੇ ਚਾਹ ਉੱਥੇ ਰਾਹ। ਜੇ ਤੁਹਾਡੀ ਲਗਨ ਸੱਚੀ ਹੋਏਗੀ ਤਾਂ ਤੁਸੀਂ ਨਿਸ਼ਚਿਤ ਰੂਪ 'ਚ ਇਸ ਸੋਚ ਵਿੱਚ ਤਬਦੀਲੀ ਲਿਆ ਸਕੋਗੇ ਕਿ ਹਰ ਕੰਮ ਦੀ ਆਪਣੀ ਆਪਣੀ ਇੱਕ ਪ੍ਰਕਿਰਿਆ ਤੇ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ। ਜੇ ਸਰੀਰ 'ਚ ਕੋਈ ਤਕਲੀਫ ਮਹਿਸੂਸ ਹੋ ਰਹੀ ਹੈ ਤੇ ਕੁਦਰਤੀ ਉਪਾਅ ਅਪਣਾਉਣ ਦੇ ਨਾਲ ਥੋੜ੍ਹਾ ਜਿਹਾ ਸਬਰ ਵੀ ਰੱਖੋ, ਕਿਉਂਕਿ ਸਰੀਰ ਨੂੰ ਸੈਲਫ ਹੀਲਿੰਗ ਦੀ ਪ੍ਰਕਿਰਿਆ ਨੂੰ ਲਾਗੂ ਕਰਨ 'ਚ ਸਮਾਂ ਲੱਗੇਗਾ। ਉਮੀਦ ਕਰਦਾ ਕਿ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਇਸ ਮੁਹਿੰਮ 'ਚ ਸਫਲ ਹੋਵੋਗੇ।